चरण पंकज बंदन सिमरो अंगद दुख निकंदन गुरु अमरदास हृदय नित त्याऊं हृदय नित त्याऊं श्री गुरु रामदास गुण गाऊं गुरु अर्जन विघ्नन के नाशक विघ्नन की नाशक श्री हर गोबिंद सुमत पर प्रकाशक श्री हर राय नाम कर जोरी नाम कर जोरी श्री हर कृष्ण मनाओ बहोरी गुरु तेग बहादुर परम कृपाला परम कृपाला श्री गुरु गोबिंद सिंह बेसाला तारो तारा पर पुन पुन सीसा पुन पुन सीसा बंदों बार बार जगदीसा एक अंकारा सतगुरु प्रसाद सच हुए वाहिगुरु जी की फतेह विघ्न है विनाशन सोए वाहिगुरु जी की फतेह है विघ्न विनाशन सोए दोहरा तारा आकाश बिके जे बासी मंगल करे सिमर अबनाशी ले निज हाथन शंख बजाए जय 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 मुख बचन सुनाए वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनो ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਨਮ ਪ੍ਰਕਾਸ਼। ਪਿਛਲੇ ਆਪਾਂ ਦਿਨਾਂ ਵਿੱਚ ਸਰਵਣ ਕੀਤਾ ਕਿ ਉਦੋਂ ਕੀ ਸਮੇਂ ਦਾ ਮਾਹੌਲ ਸੀ, ਕੈਸਾ ਸਮਾਂ ਸੀ, ਦੁਨੀਆ ਕੈਸੀ ਹੋ ਚੁੱਕੀ ਸੀ। ਸਾਲ ਕਮਿਤ ਨਾ ਰਹਿਓ ਕੋਈ ਭਾਈ ਬੰਦੀ ਹੇਰ ਚੁਕਾਇਆ, ਐਸਾ ਦੁਨੀਆ ਦੀ ਹਾਲਤ ਹੋ ਚੁੱਕੀ ਸੀ। ਔਰ ਪਰਮੇਸ਼ਰ ਆਪ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰ ਕੇ ਦੁਨੀਆ ਵਿੱਚ ਆਉਂਦੇ ਆ। ਹੁਣ ਗੱਲ ਪਹੁੰਚੀ ਆ ਕਿ ਜਿਸ ਦਿਨ ਉਹਨਾਂ ਦਾ ਜਨਮ ਹੋਇਆ ਕੱਤਕ ਦੀ ਪੂਰਨਮਾਸ਼ੀ ਔਰ 1526 ਈਸਵੀ 1469 ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੰਮ੍ਰਿਤ ਵੇਲੇ ਜਨਮ ਹੁੰਦਾ ਹੈ ਨਨਕਾਣਾ ਸਾਹਿਬ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ। ਆਓ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਤਾਰਾ ਆਕਾਸ਼ ਵਿਖੇ ਜੇ ਬਾਸੀ ਮੰਗਲ ਕਰੇ ਸਿਮਰ ਅਬਨਾਸ਼ੀ। ਕਹਿਣ ਲੱਗੇ ਕਿਆ ਮਾਤ ਲੋਕ ਦੇ ਕਿਆ ਆਕਾਸ਼ ਲੋਕ ਦੇ ਸਾਰੇ ਹੀ ਜਿਤਨੇ ਬਾਸੀ ਹਨ ਉਹ ਖੁਸ਼ੀਆਂ ਦੇ ਗੀਤ ਗਾ ਰਹੇ ਹਨ। ਲੈ ਨਿਜ ਹਾਥਨ ਸੰਖ ਬਜਾਏ ਜੈ 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 ਮੁਖ ਬਚਨ ਸੁਨਾਏ। ਔਰ ਕੋਈ ਹੱਥਾਂ ਵਿੱਚ ਸੰਖ ਲੈ ਕੇ ਵਜਾ ਰਿਹਾ, ਕੋਈ ਹੋਰ ਸਾਜ਼ ਵਜਾ ਰਿਹਾ ਹੈ।
ਔਰ ਪਰਮੇਸ਼ਰ ਦੇ ਅਵਤਾਰ ਧਾਰਨ ਦੀਆਂ ਖੁਸ਼ੀਆਂ ਮਨਾ ਰਹੇ ਹਨ। अमरण मिलकर मल्ले कसाई कुमकम पुन कंसार मिलाई। ਔਰ ਮਾਨੋ ਦੇਵਤਿਆਂ ਨੇ ਚੰਦਨ ਰਗੜ ਕੇ ਸੈਂਟ ਬਣਾ ਕੇ ਮਹਿਤਾ ਕਾਲੂ ਜੀ ਦੇ ਮਕਾਨ ਉੱਪਰ ਉਸ ਘਰ ਵੀ ਛਿੜਕ ਦਿੱਤਾ ਹੈ। कालू की बंदर बर चर्च है मदारन कुसमाजल अर्च है। ਜਿੱਥੇ ਗੁਰੂ ਪਿਆਰਿਓ ਗੁਰੂ ਨਾਨਕ ਜੀ ਦਾ ਅੱਜ ਅਵਤਾਰ ਹੋਣਾ ਹੈ, ਮਹਿਤਾ ਜੀ ਦੇ ਘਰ ਉੱਪਰ ਉਹ ਛਿੜਕਿਆ ਹੈ। ਮੰਦਾਰਨ ਕੁਸਮਾਂਜਲ ਅਰਚੈ, ਔਰ ਕੁਸਮਾਂਜਲੀ ਹੁੰਦੀ ਹੈ ਫੁੱਲਾਂ ਦੇ ਬੁੱਕ। ਜਿਵੇਂ ਕਿਸੇ ਨੇ ਫੁੱਲਾਂ ਦੇ ਬੁੱਕ ਸਿੱਟ ਦਿੱਤੇ ਹੋਣ, ਐਸੀਆਂ ਖੁਸ਼ਬੂਆਂ ਆਉਣ ਲੱਗੀਆਂ ਜੀ। ताय नसीब मान कुलीना पई परसूता अत सुख लीना। ਧਾਇਨ ਹੁੰਦੀ ਹੈ ਦਾਈ, ਜੋ ਮਾਤਾ ਤ੍ਰਿਪਤਾ ਜੀ ਦੀ ਸੇਵਾ ਵਿੱਚ ਹੈ। ਜਿਸ ਵੇਲੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਣਾ ਹੈ, ਉਸ ਤੋਂ ਪਹਿਲਾਂ ਇੱਕ ਦਾਈ ਹੈ ਜਿਸ ਦੀ ਡਿਊਟੀ ਲਾਈ ਗਈ ਹੈ ਸਮੇਂ ਦੇ ਮੁਤਾਬਕ। अष्ट दीप दीपत ग्रह जानो छब कट गई बाल रब मानो। ਔਰ ਗੁਰੂ ਪਿਆਰਿਓ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਨਾ, ਉਹ ਦਾਈ ਹੈਰਾਨ ਹੋ ਗਈ। ਕੀ ਦੇਖਦੀ ਹੈ ਕਿ ਉਸ ਬੱਚੇ ਦੇ ਚਿਹਰੇ ਦਾ ਇਤਨਾ ਪ੍ਰਕਾਸ਼ ਹੈ। ਉਸ ਕਮਰੇ ਵਿੱਚ 8 ਦੀਵੇ ਜਗਾਏ ਗਏ ਆ, ਕਿਉਂਕਿ ਉਦੋਂ ਬਲਬ ਨਹੀਂ ਸੀ ਹੁੰਦੇ। ਇੱਕ ਦੀਵੇ ਦੀ ਬਜਾਏ ਪ੍ਰਕਾਸ਼ ਵਧਾਉਣ ਵਾਸਤੇ 8 ਦੀਵੇ ਜਗਾਏ ਗਏ। ਔਰ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋ ਗਿਆ, ਦਾਈ ਦੇ ਹੱਥਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਬਾਲਪਣ ਵਿੱਚ ਆਏ ਹਨ, ਤਾਂ ਹੈਰਾਨ ਹੋ ਗਈ ਕਿ ਉਸ ਬੱਚੇ ਦੇ ਚਿਹਰੇ ਦਾ ਇੰਨਾ ਪ੍ਰਕਾਸ਼ ਹੈ ਕਿ ਦੀਵਿਆਂ ਦਾ ਪ੍ਰਕਾਸ਼ ਘਟ ਗਿਆ ਹੈ। दीपत तेज जह कात अनूपा बिस्मे ताए हीर जस रूपा। ਔਰ ਉਹ ਦਾਈ ਹੈਰਾਨ ਹੋ ਗਈ ਹੈ, ਬਿਸਮੈ ਭਾਵ ਹੈਰਾਨ ਹੋ ਗਈ ਹੈ। ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਹਜੇ ਨਾਮ ਰੱਖਣਾ ਹੈ, ਜਨਮ ਹੋਇਆ ਜਿਸ ਬੱਚੇ ਨੂੰ ਹੱਥ ਵਿੱਚ ਲੈ ਕਰਕੇ, ਇਸ ਬਾਲ ਨੂੰ ਹੱਥ ਵਿੱਚ ਲੈ ਕਰਕੇ, ਮਾਤਾ ਤ੍ਰਿਪਤਾ ਜੀ ਤਾਂ ਹੁਣ ਆਪਣੇ ਆਰਾਮ ਦੇ ਵਿੱਚ ਹਨ। ਬੱਚੇ ਦਾ ਜਨਮ ਹੋ ਗਿਆ, ਦਾਈ ਸੰਭਾਲਦੀ ਆ। ਦਾਈ ਉਸ ਬੱਚੇ ਨੂੰ ਹੱਥ ਵਿੱਚ ਲੈ ਕੇ ਬੜੀ ਹੈਰਾਨ ਹੋ ਰਹੀ ਹੈ ਵੀ ਇਸ ਬੱਚੇ ਦਾ ਇੰਨਾ ਪ੍ਰਤਾਪ ਕਿਉਂ ਹੈ। जन्मत मृदल बाल मुस्काई सगन को सगना जान्यो जाई। ਔਰ ਇੱਕ ਗੱਲ ਤੋਂ ਹੋਰ ਹੈਰਾਨ ਹੈ ਮਾਈ, ਮੈਂ ਜਿੰਨੇ ਵੀ ਬੱਚੇ ਜਨਮ ਲੈਂਦੇ ਉਹ ਰੋਂਦੇ ਆ ਜਨਮ ਲੈ ਕੇ, ਪਰ ਇਹ ਹੱਸ ਪਏ ਜਦੋਂ ਦਾਈ ਦੇ ਹੱਥ ਵਿੱਚ ਇਹ ਬੱਚਾ ਆਇਆ ਹੈ ਮਾਤਾ ਤ੍ਰਿਪਤਾ ਜੀ ਦਾ, ਤਾਂ ਮੁਸਕਰਾਇਆ, ਹੱਸਿਆ। ਹੁਣ ਮਾਈ ਕਹਿੰਦੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਸਗਨ ਹੈ ਕਿ ਕੁਸ਼ਗਨ ਹੈ, ਚੰਗਾ ਕਿ ਮਾੜਾ ਹੈ। ਇਹ ਬੱਚਾ ਹੱਸਿਆ ਕਿਉਂ ਹੈ? ਲਗਭਗ ਸਾਰੇ ਬੱਚੇ 99% 100% ਰੋਂਦੇ ਹੀ ਜਨਮ ਲੈਂਦੇ ਆ। आनत बाल जन्मत सब रोते बिगसते जीव आनंद होते। ਔਰ ਦਾਈ ਹੈਰਾਨ ਹੈ ਵੀ ਮੇਰੇ ਇਹਨਾਂ ਹੱਥਾਂ ਰਾਹੀਂ ਕਿਤਨੇ ਹੀ ਬੱਚਿਆਂ ਦਾ ਜਨਮ ਹੋ ਗਿਆ। ਇਸ ਦਾ ਨਾਮ ਹੈ ਮਾਈ ਦਾ ਦੌਲਤਾਂ ਦਾਈ। ਇਹ ਦੌਲਤਾਂ ਦਾਈ ਬੜੀ ਹੈਰਾਨ ਹੋਈ ਹੈ ਵੀ ਮੈਂ ਕਿਤਨੇ ਹੀ ਬੀਬੀਆਂ ਦੀ ਇਹ ਸੇਵਾ ਕੀਤੀ ਆ ਜਨੇਪੇ ਦੀ, ਕਿਤਨੇ ਹੀ ਬੱਚਿਆਂ ਨੇ ਮੇਰੇ ਹੱਥਾਂ ਰਾਹੀਂ ਜਨਮ ਲਿਆ ਹੈ, ਪਰ ਇੱਕ ਐਸਾ ਬੱਚਾ ਹੈ ਜਨਮ ਲੈਂਦਿਆਂ ਹੱਸਿਆ ਹੈ, ਦੂਸਰੇ ਬੱਚੇ ਰੋਂਦੇ ਹੋਏ ਜਨਮ ਲੈਂਦੇ ਆ। आलप बुध क्यों ताई लिखाई जन मानिस पीरा नाही। ਔਰ ਅਲਪ ਛੋਟੀ ਬੁੱਧੀ ਵਾਲੀ, ਭਾਵ ਸਾਡੀ ਮੱਤ ਥੋੜੀ ਹੈ, ਗੁਰੂ ਦੀ ਵੱਡੀ ਹੈ। ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ, ਰਾਮ ਪਾਲਹਿ ਅਕਿਰਤ ਘਣਾ ਪੂਰਨ ਦ੍ਰਿਸ਼ਟ ਤੇਰੀ ਰਾਮ। ਭਾਈ ਸੰਤੋਖ ਸਿੰਘ ਕਵੀ ਲਿਖਦੇ ਹੈ ਕਿ ਇਸ ਛੋਟੀ ਮੱਤ ਵਾਲੀ ਬੁੱਢੀ ਮਾਈ ਨੂੰ ਕੀ ਪਤਾ ਕਿ ਕਿਉਂ ਹੱਸਿਆ। ਅਸਲ ਵਿੱਚ ਇਹਨੂੰ ਕੋਈ ਸੰਸਾਰੀ ਦੁੱਖ ਨਹੀਂ ਹੈ। ਬੱਚੇ ਜਨਮ ਲੈਂਦੇ ਆ ਰੋਂਦੇ ਹੋਏ, ਗੁਰੂ ਪਿਆਰਿਓ। ਔਰ ਦਾਈ ਖੁਸ਼ ਹੁੰਦੀ ਹੈ, ਡਾਕਟਰ ਖੁਸ਼ ਹੁੰਦੇ ਆ, ਪਰਿਵਾਰ ਖੁਸ਼ ਹੁੰਦਾ, ਬੱਚਾ ਜਨਮ ਲੈਂਦੇ ਆ। ਚੀਕਾਂ ਮਾਰੀਆਂ ਜਦ ਬੱਚਾ ਰੋਇਆ ਬਿਲਕਿਆ ਤੇ ਸਾਰੇ ਖੁਸ਼ ਹੁੰਦੇ ਆ। ਕਬੀਰ ਸਾਹਿਬ ਜੀ ਇਸ ਵਿਸ਼ੇ ਤੇ ਸੋਹਣੀ ਗੱਲ ਕਹਿੰਦੇ ਆ, कबीर जब हम आए जगत में जग हसे हम रोए। हुण ऐसी करनी कर चलो हम हसे जग रोए। को सतनाम सानू याद करके भी बहुत वधिया भगत आया सी, बहुत वधिया बंदा आया सी, जद चलिया गया ते रोए क्यों? क्योंकि जीव माता दे उदर विच परमेश्वर दे सिमरन नाल जुड़िया हुंदा असल विच।
ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਵਰਤਾਇਆ। ਜਨਮ ਲੈਂਦਿਆਂ ਹੀ ਬੱਚੇ ਦਾ ਉੱਥੋਂ ਧਿਆਨ ਟੁੱਟ ਜਾਂਦਾ, ਪੱਟਣਾ ਪੈਂਦਾ, ਧਿਆਨ ਤੋੜਨਾ ਵੀ ਪੈਂਦਾ। ਜੇ ਬੱਚਾ ਨਾ ਰੋਵੇ ਜਨਮ ਵੇਲੇ ਔਰ ਡਾਕਟਰ ਆਲਸ ਕਰ ਜਾਣ, ਨਾ ਉਹਨੂੰ ਰਵਾਉਣ, ਤਾਂ ਉਹ ਬੱਚਾ ਸੰਸਾਰ ਨਾਲ ਨਹੀਂ ਜੁੜਦਾ। ਇਸ ਕਰਕੇ ਉਹਨੂੰ ਰਵਾਉਣਾ ਪੈਂਦਾ। ਡਾਕਟਰ ਲੋਕ ਉਹਨੂੰ ਰਵਾਉਂਦੇ ਆ, ਬੁਲਾਉਂਦੇ ਆ, ਹਸਾਉਂਦੇ ਆ, ਕੁਛ ਨਾ ਕੁਛ ਕਰਦੇ ਆ। ਉਹਦਾ ਹੱਥ ਮੂੰਹ ਸਾਫ਼ ਕਰਕੇ, ਉਹਦੀ ਨਾਸਕਾ ਮੂੰਹ ਆਦਿ 'ਚੋਂ ਜਾਲੇ ਕੱਢ ਕੇ, ਉਹਨੂੰ ਸਾਫ਼ ਕਰਕੇ ਫਿਰ ਉਸ ਨੂੰ ਢੂਈ 'ਤੇ ਹੱਥ ਮਾਰ ਕੇ, ਪਿੱਠ 'ਤੇ ਪੌਰਾਂ 'ਤੇ ਹੱਥ ਮਾਰ ਕੇ ਰਵਾਉਂਦੇ ਆ। ਰੋਣਾ ਜ਼ਰੂਰੀ ਆ। ਪਰ ਗੁਰੂ ਨਾਨਕ ਦੇਵ ਜੀ ਜਿਸ ਵੇਲੇ ਜਨਮ ਲੈਂਦੇ ਆ, ਰੋਏ ਨਹੀਂ, ਇਹ ਹੱਸੇ ਹਨ। ਅਤੇ ਹੱਸਣ ਦਾ ਕਾਰਨ ਸੰਤੋਖ ਸਿੰਘ ਕਵੀ ਕਹਿੰਦੇ, ਵਿਚਾਰੀ ਭੋਲੀ ਮਾਤਾ ਨੂੰ ਕੀ ਪਤਾ ਵੀ ਕਿਉਂ ਹੱਸਦਾ ਹੈ। ਅਸਲ ਵਿੱਚ ਉਹ ਬੱਚੇ ਰੋਂਦੇ ਆ ਕਿ ਪਰਮੇਸ਼ਰ ਨਾਲੋਂ ਟੁੱਟ ਗਏ, ਪਰ ਇਹ ਤਾਂ ਖੁਦ ਪਰਮੇਸ਼ਰ ਹੈ। ਇਹਨੇ ਕਿਹਦੇ ਨਾਲ ਟੁੱਟਣਾ? ਖੁਦ ਨਾਲ ਖੁਦ ਜੁੜਿਆ ਹੋਇਆ ਸੀਗਾ, ਇਸ ਕਰਕੇ ਹੱਸਿਆ ਹੈ। ਇਹਨੂੰ ਸੰਸਾਰ ਦਾ ਕੋਈ ਜੰਮਣ ਮਰਨ ਦਾ ਦੁੱਖ ਨਹੀਂ ਹੈ। ਦਾਸੀ ਦੌਰ ਦਈ ਸੁਧ ਕਾਲੂ, ਲਿਹੋ ਵਧਾਈ ਆਨੰਦ ਵਿਸਾਲੂ। ਔਰ ਇਸ ਦਾਈ ਦੌਲਤਾਂ ਨੇ ਪਹਿਲੀ ਵਧਾਈ ਬਾਹਰ ਬੈਠੇ, ਵਿਹੜੇ ਵਿੱਚ ਬੈਠੇ, ਪਲੰਘੇ 'ਤੇ ਬੈਠੇ ਮਹਿਤਾ ਕਾਲੂ ਨੂੰ ਦਿੱਤੀ ਹੈ, ਜੋ ਸਾਰੀ ਰਾਤ ਦੇ ਜਾਗਦੇ ਆ। ਅੱਜ 10 ਮਹੀਨੇ ਪੂਰੇ ਹੋ ਗਏ ਹਨ। ਬੱਚੇ ਨੇ ਜਨਮ ਲੈਣਾ ਹੈ, ਪ੍ਰਸੂਤਾ ਪੀੜਾ ਚੱਲ ਪਈਆਂ, ਦਰਦ ਹੋਣ ਲੱਗੇ ਮਾਤਾ ਨੂੰ, ਤਾਂ ਇਹ ਨਿਸ਼ਾਨੀ ਹੈ ਕਿ ਬੱਚੇ ਦੇ ਜਨਮ ਦਾ ਸਮਾਂ ਹੋ ਗਿਆ। ਔਰ ਮਹਿਤਾ ਕਾਲੂ ਜੀ ਬਾਹਰ ਪਲੰਘੇ 'ਤੇ ਬੈਠ ਕੇ ਪਰਮੇਸ਼ਰ ਨਾਲ ਜੁੜੇ ਅਰਦਾਸਾਂ ਕਰ ਰਹੇ ਹੈ। ਜੱਚੇ ਬੱਚੇ ਦੀਆਂ ਅਰਦਾਸਾਂ ਆਪਾਂ ਕਰਦੇ ਹਾਂ ਵੀ ਮਾਤਾ ਅਤੇ ਬੱਚਾ ਦੋਨੇ ਸਹੀ ਸਲਾਮਤ ਰਹਿਣ। ਤਾਂ ਮਹਿਤਾ ਕਾਲੂ ਜੀ ਵਿਹੜੇ ਵਿੱਚ ਪਲੰਘੇ 'ਤੇ ਬੈਠੇ ਪਰਮੇਸ਼ਰ ਨਾਲ ਜੁੜੇ ਆ। ਦਾਈ ਨੇ ਬੱਚੇ ਨੂੰ ਸੰਭਾਲਿਆ ਹੈ। ਔਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਬਲਪਨ ਦਾ ਸਰੂਪ ਨਵਾ ਧਵਾ ਕੇ ਸਭ ਕਰਕੇ ਮਾਤਾ ਜੀ ਨੂੰ ਪਾ ਆਂਦਾ ਕੋਲ, ਔਰ ਬਾਹਰ ਆ ਕੇ ਮਹਿਤਾ ਜੀ ਨੂੰ ਵਧਾਈਆਂ ਦਿੰਦੀ ਹੈ। ਕਹਿੰਦੀ, ਮਹਿਤਾ ਜੀ ਵਧਾਈਆਂ ਹੋਣ, ਵਧਾਈਆਂ ਹੋਣ, ਪੁੱਤਰ ਹੋਇਆ ਤੁਹਾਡੇ। ਤਾਤ ਮਾਨ ਪਾਤਾਤ ਤੁਮਾਰੀ, ਮੰਗਲ ਕਰੋ ਵਿਵਿਧ ਪ੍ਰਕਾਰੇ। ਔਰ ਪੁੱਤਰ ਹੀ ਨਹੀਂ, ਆਮ ਪੁੱਤਰ ਵਰਗਾ ਪੁੱਤਰ ਹੀ ਨਹੀਂ ਹੈ, ਕ੍ਰਾਂਤੀਮਾਨ, ਚਿਹਰੇ 'ਤੇ ਬੜਾ ਪ੍ਰਕਾਸ਼ ਹੈ, ਬੜਾ ਸੁੰਦਰ ਹੈ। ਮੈਂ ਕਦੇ ਇਹੋ ਜਿਹਾ ਬੱਚਾ ਜਨਮ ਲੈਂਦਾ ਨਹੀਂ ਦੇਖਿਆ। ਵਧਾਈਆਂ ਹੋਵਣ, ਖੁਸ਼ੀਆਂ ਮਨਾਓ। ਸੋ ਤੋ ਭਜਨ ਕੀ ਸੁਨ ਕਰ ਬੈਨਾ, ਮਨੋ ਜਗਤ ਸੁਖ ਪ੍ਰਾਪਤ ਐਨਾ। ਔਰ ਭਾਈ ਗੁਰਦਾਸ ਜੀ ਨੇ ਉਸ ਸਮੇਂ ਨੂੰ ਆਪਣੇ ਸ਼ਬਦਾਂ ਵਿੱਚ ਬੰਨ੍ਹਿਆ। ਆਪਣੀ ਪਹਿਲੀ ਵਾਰ ਦੀ ਜਿਹੜੀ ਹੈ 27ਵੀਂ ਪੌੜੀ ਲਿਖਦੇ ਹਨ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪ ਅੰਧੇਰ ਪਲੋਆ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਜਿਵੇਂ ਸੂਰਜ ਚੜ੍ਹਦਾ ਹੈ, ਚੰਦਰਮਾ ਅਲੋਪ ਹੋ ਜਾਂਦਾ ਹੈ, ਜਿਵੇਂ ਸ਼ੇਰ ਗਰਜਦਾ ਹੈ, ਜੰਗਲੀ ਜਾਨਵਰ ਭੱਜ ਲੈਂਦੇ ਆ, ਰੁਕਦੇ ਨਹੀਂ। ਇਸੇ ਤਰ੍ਹਾਂ ਹੀ ਬਾਬੇ ਨਾਨਕ ਦੇ ਜਨਮ ਨਾਲ ਉਹਨਾਂ ਦੀਵਿਆਂ ਦਾ ਪ੍ਰਕਾਸ਼ ਜਿੱਥੇ ਮੱਠਾ ਪੈ ਗਿਆ, ਉੱਥੇ ਜਦੋਂ ਸੰਸਾਰ ਵਿੱਚ ਵਿਚਰਿਆ ਤੇ ਪਖੰਡ ਰੂਪੀ ਤਾਰੇ ਖਤਮ ਹੋਣੇ ਸ਼ੁਰੂ ਹੋ ਗਏ, ਕਰਮਕਾਂਡ ਖਤਮ ਕਰ ਦਿੱਤੇ ਸਾਰੇ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਜਿੱਥੇ ਜਿੱਥੇ ਬਾਬੇ ਨਾਨਕ ਨੇ ਚਰਨ ਪਾਏ ਉਹ ਸਥਾਨ ਪੂਜਨ ਯੋਗ ਹੋ ਗਏ। ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ। ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਿਸੋਆ। ਬਾਬੇ ਤਾਰੇ ਚਾਰ ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਤਾਂ ਅੱਜ ਧੰਨ ਗੁਰੂ ਨਾਨਕ ਦੇਵ ਜੀ ਕੱਤਕ ਦੀ ਪੂਰਨਮਾਸ਼ੀ 1469 ਈਸਵੀ ਮਾਤ ਲੋਕ ਦੇ ਵਿੱਚ ਅਵਤਾਰ ਲੈਂਦੇ ਹਨ। ਦਾਈ ਆ ਕਰਕੇ ਵਧਾਈਆਂ ਦਿੰਦੀ ਹੈ। ਮਹਿਤਾ ਜੀ ਬੜੇ ਖੁਸ਼ ਹੋਏ ਹਨ। ਜਨਮ ਰੰਕ ਜੋ ਸਦਨ ਸੰਤਾਨਾ, ਆਨ ਲਗਿਓ ਤੋ ਉਰ ਹਰ ਖਾਨਾ। ਔਰ ਮਹਿਤਾ ਕਾਲੂ ਜੀ ਦੇ ਕੰਨ ਵਿੱਚ ਜਿਸ ਵੇਲੇ ਪੁੱਤਰ ਦੇ ਜਨਮ ਲੈਣ ਦੀ ਆਵਾਜ਼ ਪਈ ਆ, ਮਾਨੋ ਸੰਸਾਰ ਦੇ ਸੁੱਖ ਪ੍ਰਾਪਤ ਹੋ ਗਏ ਸਾਰੇ। ਜਿਵੇਂ ਕਿਸੇ ਕੰਗਾਲ ਨੂੰ ਅਚਾਨਚੱਕ ਹੀਰਾ ਲੱਭ ਗਿਆ ਹੋਵੇ,
ਇੰਨੀ ਖੁਸ਼ੀ ਹੋਈ ਹੈ। ਚੌਪਈ ਜਸ ਪਦ ਜਾਏ ਕੀਨ ਇਸ਼ਨਾਨਾ ਬਸਤਰਨ ਯੁੱਤ ਜੋ ਬੇਦ ਬਖਾਨਾ। ਔਰ ਤੁਰੰਤ ਹੀ ਮਹਿਤਾ ਜੀ ਨੇ ਇਸ਼ਨਾਨ ਕੀਤਾ ਹੈ। ਉਸ ਸਮੇਂ ਦੇ ਮੁਤਾਬਕ ਵੇਦਾਂ ਦਾ ਪਾਠ ਕਰਦੇ ਆ ਲੋਕ, ਹਿੰਦੂ ਮਤ ਚੱਲ ਰਹੀ ਆ। ਤਾਂ ਮਹਿਤਾ ਕਾਲੂ ਜੀ ਨੇ ਵੀ ਇਸ਼ਨਾਨ ਕਰਕੇ ਪਰਮੇਸ਼ਰ ਦਾ ਸ਼ੁਕਰੀਆ ਕੀਤਾ ਹੈ। ਜੋ ਵੀ ਕੋਈ ਨੇਮ ਉਹਨਾਂ ਦਾ ਭਜਨ ਬੰਦਗੀ ਦਾ ਸੀਗਾ ਵੇਦਾਂ ਦੇ ਮੁਤਾਬਕ ਉਹਨਾਂ ਨੇ ਕੀਤਾ ਹੈ ਜੀ। ਗੁਰ ਪਰਮੇਸ਼ਰ ਕੋ ਕਰ ਧਿਆਨਾ ਬੰਧਨ ਕਰੇ ਬੰਦ ਜੁਗ ਪਾਨਾ। ਔਰ ਹਿਰਦੇ ਵਿੱਚ ਪਰਮੇਸ਼ਰ ਦਾ ਧਿਆਨ ਰੱਖਿਆ ਹੈ। ਦੋਨੇ ਹੱਥ ਬੰਨ੍ਹ ਕੇ ਨਮਸਕਾਰ ਕਰਦੇ ਹੋਏ ਸ਼ੁਕਰੀਆ ਕਰਦੇ ਹਨ। ਏ ਬਿਦ ਜਨਮ ਪਿਓ ਜਗ ਗੁਰ ਕੋ ਸੁਖ ਦੇਵਨ ਭਗਤਨ ਪੁਨ ਤੁਰ ਕੋ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋ ਗਿਆ ਹੈ। ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦੇ ਜਹ ਤੈ ਭਏ ਸਹਾਏ। ਸੰਸਾਰ ਨੂੰ ਸੁਖ ਦੇਣ ਵਾਸਤੇ ਗੁਰੂ ਨਾਨਕ ਦੇਵ ਜੀ ਇਉਂ ਦੁਨੀਆ ਵਿੱਚ ਆ ਗਏ ਹਨ। ਆਗੇ ਜਾਂ ਜਾਂ ਪਿਓ ਚਾਹੂ ਸੁਣੋ ਕਥਾ ਪਵ ਵੱਡ ਰੁਜਦਾਹੂ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਕਹਿੰਦੇ ਅੱਗੇ ਜਿਵੇਂ ਜਿਵੇਂ ਗੁਰੂ ਨਾਨਕ ਦੇਵ ਜੀ ਵੱਡੇ ਹੁੰਦੇ ਆ ਭਇਓ ਉਸ਼ਾਹੂ, ਜਿਵੇਂ ਜਿਵੇਂ ਬਾਬਾ ਨਾਨਕ ਜੀ ਵੱਡੇ ਹੋਏ ਨਾ ਤਿਵੇਂ ਤਿਵੇਂ ਸੰਸਾਰ ਦੇ ਵਿੱਚ ਵਿਚਰੇ ਆ। ਔਰ ਇਹ ਧਰਤੀ ਹੈ ਜਿਹੜੀ ਬੜੀ ਬਿਲਕਦੀ ਸੀ, ਇਹਨੂੰ ਕੁਝ ਧੀਰ ਦੀ ਸ਼ਾਂਤੀ ਆਈ ਹੈ, ਇਹਦੇ ਵਿੱਚ ਉਤਸ਼ਾਹ ਪੈਦਾ ਹੋਇਆ, ਭਾਵ ਧਰਮੀ ਲੋਕਾਂ ਵਿੱਚ ਉਤਸ਼ਾਹ ਪੈਦਾ ਹੋਇਆ ਵੀ ਕੋਈ ਸੱਚ ਦੇ ਮਾਰਗ ਦੀ ਗੱਲ ਕਰਨ ਵਾਲਾ ਆ ਗਿਆ ਦੁਨੀਆ ਵਿੱਚ। ਕਹੋ ਸਤਨਾਮ। ਦੁਨੀਆ ਹੀ ਬਿਲਕਦੀ ਹੈ ਨਾ, ਧਰਤੀ ਦੀ ਤਾਂ ਆਵਾਜ਼ ਨਹੀਂ। ਪਰ ਜਦੋਂ ਪੂਰੀ ਦੁਨੀਆ ਬਿਲਕ ਰਹੀ ਹੋਵੇ ਉਹਨੂੰ ਅਸੀਂ ਕਹਿੰਦੇ ਆ ਧਰਤੀ ਰੋਂਦੀ ਆ। ਕਹੋ ਸਤਨਾਮ। ਇਕੱਲੇ ਇਕੱਲੇ ਦੀ ਗੱਲ ਕਰਨ ਦੀ ਬਜਾਏ ਕਹਿ ਦਿੱਤਾ 16 ਟੋਟਲ ਮਿਲਾ ਕੇ ਵੀ ਧਰਤੀ ਦੀਆਂ ਪੁਕਾਰਾਂ ਪਰਮੇਸ਼ਰ ਕੋਲ ਗਈਆਂ ਬਈ ਹੁਣ ਮੈਥੋਂ ਜਿਹੜਾ ਹੈ ਭਾਰੇ ਭੂਈ ਅਕਿਰਤ ਘਣ ਮੰਦੀ ਹੂੰ ਮੰਦੇ। ਇਹ ਧਰਤੀ ਕਹਿੰਦੀ ਮੈਥੋਂ ਅਕਿਰਤ ਘਣਾ ਪਾਪੀਆਂ ਦਾ ਭਾਰ ਝੱਲਿਆ ਨਹੀਂ ਜਾਂਦਾ। ਤੇ ਪਰਮੇਸ਼ਰ ਕਹਿੰਦੇ ਫਿਕਰ ਨਾ ਕਰ, ਮੈਨੂੰ ਲੱਗਦਾ ਹੁਣ ਮੈਨੂੰ ਹੀ ਆਉਣਾ ਪੈਣਾ। ਪ੍ਰੀਤਮ ਜੀ ਦਾ ਬਚਨ ਹੈ। ਆਮ ਸੰਸਾਰ ਦੀ ਖਿਆਲ ਹੈ ਖੈਰ ਖੇਤੀ ਖਸਮਾ ਸੇਤੀ ਕਦੇ ਨਾ ਹੁੰਦੇ ਬੱਤੀਓਂ ਤੇਤੀ। ਖੇਤੀ ਨੂੰ ਮਾਲਕ ਹੀ ਕਰੇ ਤਾਂ ਪੂਰੀ ਹੁੰਦੀ ਆ, ਪਰਾਏ ਹੱਥ ਖੇਤੀ ਕਦੇ ਨਾ ਹੁੰਦੇ ਬੱਤੀਓਂ ਤੇਤੀ। ਜੇ ਕਿਸੇ ਨੂੰ ਕਹੀਏ ਵੀ ਜਾਂ ਪਾਣੀ ਲਾਇਆ ਹੋਵੇ ਜਾਂ ਕਣਕ ਵੱਢਿਆ ਉਹਨੂੰ ਕੋਈ ਫਿਕਰ ਥੋੜ੍ਹਾ ਹੀ ਆ। ਪਰਮੇਸ਼ਰ ਨੇ ਵੀ ਇਸ ਤਰ੍ਹਾਂ ਬਹੁਤ ਦੁਨੀਆ ਵਿੱਚ ਭੇਜੇ। ਪ੍ਰਥਮੇ ਜਬ ਹਮ ਸ੍ਰਿਸ਼ਟ ਬਣਾਈ, ਜਦੋਂ ਮੈਂ ਪਹਿਲਾਂ ਦੁਨੀਆ ਬਣਾਈ ਤੇ ਬਹੁਤ ਲੋਕਾਂ ਨੂੰ ਦੁਨੀਆ ਵਿੱਚ ਭੇਜਿਆ, ਪਰ ਉਹਨਾਂ ਨੇ ਆ ਕੇ ਇੱਥੇ ਰਿੱਧੀਆਂ ਸਿੱਧੀਆਂ ਥੋੜੀਆਂ ਮੋਟੀਆਂ ਪ੍ਰਾਪਤ ਕੀਤੀਆਂ। ਜਿਨ ਜਿਨ ਤਨਕ ਸਿੱਧੀ ਕੋ ਪਾਇਓ ਤਿੰਨ ਤਿੰਨ ਆਪਣਾ ਰਾਹ ਚਲਾਇਓ। ਜਿਹਨੇ ਥੋੜ੍ਹੀ ਜਿਹੀ ਵੀ ਇੱਥੇ ਆ ਕੇ ਸਿੱਧੀ ਪ੍ਰਾਪਤ ਕੀਤੀ ਤਾਂ ਉਹਨਾਂ ਨੇ ਜਿਹੜਾ ਹੈ ਆਪੋ ਆਪਣੀ ਮਨ ਮਰਜ਼ੀ ਕੀਤੀ। ਜਿਵੇਂ ਭਾਈ ਸਾਹਿਬ ਲਿਖਦੇ ਆ ਅਗਲੀ ਪੌੜੀ ਵਿੱਚ, ਜਤੀ ਸਤੀ ਚਿਰ ਜੀਵਨੇ ਸਾਧਕ ਸਿੱਧ ਨਾਥ ਬੋ ਚੇਲੇ। ਹਿੰਦੂ ਮਤ ਵਿੱਚ ਜਤੀ ਸਤੀ ਸਿੱਧ ਸਾਧ ਗੁਰੂ ਚੇਲੇ ਨਾਥ ਆਦਿ ਦੇਵੀ ਦੇਵ ਰਖੀਸ਼ਰਾ ਭੈਰੋ ਖੇਤਰ ਪਾਲ ਬੋ ਮੇਲੇ। ਗਣ ਗੰਧਰਵੇ ਅਪਸਰਾ ਕਿੰਨਰ ਜਖ ਚਲਤ ਬੋ ਖੇਲੇ। ਰਾਖਸ਼ ਦਾਨੋ ਦੈਂਤ ਲਖ ਅੰਦਰ ਦੂਜਾ ਭਾਉ ਦਹੇਲੇ। ਇੱਕ ਨਾਲ ਕੋਈ ਨਹੀਂ ਜੁੜਿਆ ਇਹਨਾਂ 'ਚੋਂ, ਦਵੈਤ ਸਾਰਿਆਂ ਵਿੱਚ। ਹੋਮੇ ਅੰਦਰ ਸਭ ਕੋ ਡੁੱਬੇ ਗੁਰੂ ਸਣੇ ਬੋ ਚੇਲੇ। ਗੋਰਖਨਾਥ ਸਣੇ ਉਹਦੇ ਚੇਲੇ ਜਾਂ ਹੋਰ ਜਿੰਨੇ ਵੀ 6 ਪੰਥ ਹਿੰਦੂ ਮਤ ਵਿੱਚ ਚੱਲਦੇ ਸਨ, ਸਾਰੇ ਪਖੰਡਾਂ ਕਰਮਕਾਂਡਾਂ ਵਿੱਚ ਵਿਚਰਤ ਸਨ। ਇਹ ਸਾਰੇ ਹੀ ਗੁਰੂ ਤੋਂ ਬਗੈਰ ਨਿਗੁਰੇ ਜਾ ਰਹੇ ਸੀ। ਕਹੋ ਸਤਨਾਮ। ਔਰ ਨਿਗੁਰਾ ਬੰਦਾ ਹੀ ਦੁਨੀਆ ਨੂੰ ਦੁੱਖ ਦਿੰਦਾ ਹੈ। ਨਿਗੁਰਾ ਬੰਦਾ ਹੀ ਲੜਕੀਆਂ ਦੀ ਬੇਪਤੀ ਕਰਦਾ, ਇਸਤਰੀਆਂ ਦੀ ਬੇਪਤੀ ਕਰਦਾ ਹੈ। ਨਿਗੁਰਾ ਬੰਦਾ ਹੀ ਗੁਰੂ ਪਿਆਰੋ ਸੰਸਾਰ ਨੂੰ ਮਾਰਨ ਲੱਗਿਆ, ਜੀਵਾਂ ਨੂੰ ਮਾਰਨ ਲੱਗਿਆ ਸੋਚਦਾ ਨਹੀਂ। ਨਿਗੁਰਾ ਬੰਦਾ ਹੀ ਨਸ਼ੇ ਵੇਚਦਾ ਹੈ। ਉਹਨੂੰ ਕੇਵਲ ਆਪਣੇ ਪੇਟ ਨਾਲ ਹੈ, ਕਿਸੇ ਨਾਲ ਕੋਈ ਤਲਕ ਨਹੀਂ। ਗੁਰੂ ਵਾਲਾ ਹੀ, ਭਉ ਵਾਲਾ ਹੀ, ਰੱਬ ਦੇ ਨਾਲ ਜੁੜਨ ਵਾਲਾ ਹੀ ਇਹਨਾਂ ਚੀਜ਼ਾਂ ਨੂੰ ਵਰਜਦਾ। ਹਉਮੈ ਅੰਦਰ ਸਭ ਕੋ ਡੁੱਬੇ ਗੁਰੂ ਸਣੇ ਬਹੁ ਚੇਲੇ। ਗੁਰਮੁਖ ਕੋਈ ਨਾ ਦੇਸਈ ਢੂੰਡੇ ਤੀਰਥ ਯਾਤਰੀ ਮੇਲੇ। ਬਾਬੇ ਨਾਨਕ ਨੇ ਜਾ ਕੇ ਦੇਖਿਆ ਫਿਰ ਜੋ ਉਹਨਾਂ ਨੇ ਬਚਨ ਕੀਤੇ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਲਿਖ ਦਿੱਤੇ। ਕਹਿੰਦੇ ਬਾਬੇ ਨਾਨਕ ਨੇ ਤੀਰਥਾਂ 'ਤੇ ਜਾ ਕੇ ਵੀ ਦੇਖਿਆ, ਜਿੱਥੇ ਮੇਲੇ ਲੱਗਦੇ ਸਨ ਵੱਡੇ ਵੱਡੇ ਉੱਥੇ ਵੀ ਗਏ। ਜਿਵੇਂ ਸ਼ਿਵਰਾਤਰੀ ਦੇ ਮੇਲੇ 'ਤੇ ਬਾਬਾ ਜੀ ਗਏ ਅਤੇ ਉੱਥੇ ਜੋਗੀ ਆਏ ਸੀਗੇ।
जो सारे मेले वाले लोग बाबे नानक कोल आ के बह गए, जोगियां नूं गुस्सा आ गया। उन्होंने राजधारियां का जिहड़ा घड़ा सी ना पैसिਆਂ वाला मूहरे रखिया सी, रासलीला करी जाते सी। मेले में हर तरह के लोग आते हैं ना कमाई करने वास्ते। तो उत्थे गुरु प्यारिओ चंडोलां भी लगदियां, होर नाटक चेटक वाले भी आ जाते। इत्थे कृष्ण जी दे रासलीला कर रहे हैं लोग। जोगियां नूं गुस्सा आया, उन्होंने चक के पैसिਆਂ वाला घड़ा लुकोता किते। कहो सतनाम। उन्होंने बाबे नानक नूं दस्सिया जी साडा जोगियां ने घड़ा अलोप करता। बाबे नानक दिव्य दृष्टि लाई तो जिथे लुकोए चक के देता भी। लो भाई इन्हों गुस्सा आ गया, फिर बाबे नानक नाल जुदाई करने वास्ते आ गए। इस तरह गुरु प्यारो सतगुरु नानक देव जी ने थां थां ते जाके वेख्या, जिथे वड्डे मेले लगते सी उत्थे जाके वेख्या भी की घाट आ, वो घाटां दूर कीतियां। गुरमो कोई न दिसी ढूंढे तीर्थ यात्री मेले, कोई रब वाई भाव वाला दिसया ही ना। डिठे हिंदू तुर्क सा पीर पकंबर कौम कतेले, अंधे अंधी अंधे खूहे ठेले। गुरु भी अंधे, गुरु जिन्ना का अंधला, सिख भी अंधे कर्म करेन, ओए भाने चलने अपने नित झूठो झूठ बलेन। से इन्हां दे गुरु भी अंधे ते आप भी अंधे, उन्हां दे मगर ला के आ। वेखदे आ कई डेरे इदां दे आ जिन्हां दे मुखी गुरु प्यारिओ विशे विकारी कामी है, उन्हां दे मगर लगन वालियां नूं दिसदा ही नहीं भी साडा गुरु जिहड़ा बनिया वो किदां दा है। कोई सतनाम। इहनूं कहंदे आ अन्ना। अंधे ये ना आखी है जिन मुख लोयन नाहे, अंधे सही नानका जे खसमो कुत्थे जाए। अन्ने वो आ जिन्हां नूं रब दे बारे जानकारी होई नहीं। अंधी अंधे खूहे ठेले, इउं आप अन्ने ते अपने मगर लग्गिआं नूं भी अन्ने बना के खूह सिट दित्ता। जे भेडां नूं खूह विच सिੱਟਣਾ होवे कदे नहीं डिगदियां, जिन्ना मर्जी धक्का दे लो जमां नहीं डिगदियां। तुसीं एक भेड नूं सिੱਟ दिओ बाकी सारियां विच डिग जाणगीआं। कोई सतनाम। ऐसी हालत दुनिया की उस वेले होई सी। सारे अज्ञानता दे अंधे खूह विच डिगदे जा रहे सन। आगे ज्यों ज्यों भयो उशाहू, हुण जिवें जिवें बाबा नानक वड्डा हुंदा शरीर करके, सुनो कथा भव बड़ रुजदाहू। आओ उन्हां दे जन्म दी वड्डी कथा सरवण करिए। रुजदाहू साडे तिन्नां तापां नूं दूर करन वाली। ज्यों ज्यों कथा सुनोगे त्यों तो बाबे नानक नाल प्यार बनूगा सोडा। सुन साखी मन जा प्यार, अजामल उदरिया कहे एक बार, गणका उदरी हर कहे तो मन सिमर तू होहे मोक। ये साखियां सुननियां, इतिहास सुनना, शब्द की कथा सुननी, इतिहास की कथा सुननी, तो सानू ये पता लगता है भी साडा विरसा विरासत कितना वड्डा कि असी एवें कर्मकांडा पखंडा विच पे रहीए। आओ अगे चलते हैं। ये साडे तिन्ने तापां नूं दूर करने वाली कथा। इउं बाबे नानक जी का जन्म होया है जी। कबित अंध जो बदर पिंग नगन मृतक छंद, रुकत अपारत की समझ न आवे। और गुरु प्यारिओ भाई साहब भाई संतोख सिंह कवि की लिखते हैं कि मैनू अपनी लिखत कविता विच ये समझ नहीं आ रही कि मैं हुण की लिखां। बाबे नानक की जिहड़ी महिमा है ना, भाई साहब जी कहते मैनू ये समझ नहीं आ रही कि मैं ये सुंदर स्वरूप की जिहड़ी महिमा है वो किवें करा। अंध जो बदर, अन्ना बदल हुंदा गूंगा, पिंग पैर ना होण, नगन शरीर ते कपड़ा ना होवे, मृतक मुर्दा होवे जिवें, रुकत अपारथ की समझ ना आवी। इहो जे बंदे नूं भला जिहड़ा अन्ना है वो तुर नहीं सकदा, पिघला है पैरा करके तुर नहीं सकदा, अखां करके दिसदा नहीं, कन्ना करके सुनदा नहीं। ये संसार ऐसा अपाहज हो चुकिया सीगा। भाव इत्थे एक अर्थ बनदा है कि मेरी सुरत इत्थे अपाहज है, इस दी पूरी सिफत करन दे विच समर्थ नहीं है। कोई सतनाम। मेरी सुरत नूं महाराज कृपा करो, मैं तेरे गुण गावां, तेरी सिफत करा। जिस वेले बाबे दा नानक दा जन्म होया और मैनू इस कविता नूं लिखण दी शक्ति बख्शो, क्योंकि मेरी सुरत जिहड़ी है वो अन्नी गूंगी पिंगली है
तेरे शब्दां नूं अगे कहना बहुत मुश्किल है। वैर देश काल गन आगन नौ ही रस विपता लंकार हूँ को भेद ना पावे। हुण गुरु प्यारिओ लंकार हुंदा है शिंगार, ते पर कविता नूं लिखण वास्ते शब्द चाहिए है। भाई साहब जी देखो, कई लोग कहते हैं ना ये कथा आपां नूं पढ़नी नहीं चाहिए। संतोख सिंह ने सूरज प्रकाश वधिया नहीं लिखिया, मिंट मिंट ते अरदासां करदा है। कोई सतनाम मिंट मिंट ते बेनतियां करदा है। भाई संतोख सिंह मिंट मिंट ते हर वेखो पहला आपां किन्नियां बेनतियां सरवण कीतियां। इत्थे बाबे नानक दे जन्म की गल करके फिर बेनतियां करदा है कि मैनू दिओ शब्द मैं तेरी सिफत कर सकां, नहीं तो मेरी सुरत अन्नी गूंगी पिंगली है। कोई सतनाम मैं बद रहा, मैनू ज्ञान नहीं है, तो कृपा कर। कहन लगे मैनू कृपा करके ऐसे शब्द बख्शो, मेरे कोल तेरी शब्द सिफत करन दे शब्द नहीं है, मैं तेरा किवें भेद दसां दुनिया नूं। ओ गुण है ना मैं भनत मद जानो मन गुनियन हास जोग अटपटी जावे। और सानू कहंदा संसार नूं कहंदा गुणी सियाणे लोकां नूं कहना मैं एडा ज्ञानी नहीं हैगा, किते कल नूं तुसीं कह दिओ भी संतोख सिंह ने की लिखता है। कोई सतनाम सब ज्ञान रखता है पर ये निमरता की हद है। कोई सतनाम गुरु अर्जन देव जी ने की लिखिया, तेरा कीता जातो ना ही मैनो जो कीतोई। गुरु ग्रंथ साहिब संपूर्ण लिख के अखीर ते लिखते हैं कि मैं ये योग्यता ही नहीं सीगा, तू एडा वड्डा कारज मैथों करवा लिया। कोई सतनाम लेकिन है तो समर्थ, पर सानू दसदे है भी नेकी कर दरिया में डाल, चंगे काम करके उहदा रौला पाउण दी लोड़ नहीं। प्रीतम जी कहते कृपा कीती है मेरे ते। संतोख सिंह कहंदा मेरी सुरत जिहड़ी है इस कविता की रचना तो पिंगली है, मैनू कोई अकल नहीं है, को गुण है ना मोह में, मेरे च कोई गुण नहीं है। भनत मद जानो, मैं जो बोल रहा उसकी कृपा ही आ। गुणीअन हास जोग अटपटी जावी। हो सकता है कुछ लोग मेरे पे हसन भी की लिखी जाता की बोली जाता। संतोख सिंह तो एक एक गुण जामे सो विदित शुद्ध संत सुनो सतगुर कीरत सो निर्मल पावे। हाँ एक गुण मेरे च हैगा कि मैं केवल गुरु की सिफत करनी चाहता। कोई सतनाम शब्द गुरु ने बख्शने हैं, आपां उहदी सिफत कर रहे हैं। आपां कथा करन दे योग थोड़े ही हाँ। हुण इस अकथ की कथा कौन कर सकता। कोई सतनाम कथा तो वह होंदी है कि मैं तुहानूं पूरा ही विस्तार करके दस दियां भी बस इदों वध कुछ है ही नहीं। पर मैथों पहला कितने आए कह कह के चले गए, कर रहे हैं और अगे आउणगे, पर फिर भी इहदी कथा पूरी नहीं होनी। कहंदे कहे कहे कह जावे तुम सर अवर ना कोई, तेरे वर्गा कोई नहीं गा जिहड़ा तैनूं पूरा कह देवे। कोई सतनाम होर तां गुण मेरे च कोई है नहीं गा कि मैं वड्डा ज्ञानी होवां, पर एक मेरे लिए शौक है कि मैं तेरी सिफत करनी चाहना। कोई सतनाम ते पातशाह कहन लगे आशा जी की वार च कहंदे जे कोई भोला भाला मेरी सिफत करदा होया शब्द इधर उधर कर भी दिंदा ना तो मैं आपे सीधे कर लेना। कोई सतनाम एक माता सिफत कर रही है गुरु हर राय साहब जी की, तू पापी मैं बख्शनहारा, तू पापी मैं बख्शनहारा। सिख कहन लगे वो भोलीए की कही जानी है। पातशाह हस पे कहने चुप कर जो, मैनू पता है जो कहिंदी आ। पर ऐसा है कि जदों ही दर्शन होंदे है ना, सुध में ना सुध रही, ध्यान में ना ध्यान रहे हो, ज्ञान में ना ज्ञान रहे हो, ये सुरत बंद हो जाती है। फिर पता नहीं कि बिदर दे घर वाली केलियां की बजाय छिलके खवाई जावे। को सतनाम भील नहीं मूँह नाल चक मार के बेरां नूं राम नूं खवाई जावे, पर अंदर जिहड़ी है ना भावना प्यार दी है। को सतनाम श्री भाई संतोख सिंह कवि जी कहंदे होर तां कोई गुण मेरे च है नहीं कि मैं कविता रचां गुरु की सिफत पूरी करा, पर इक्को गुण है एक गुण या मैं सो बेदत प्रभ संत सुनो। ओ गुरु प्यारे संतो सुनो,
एक गुण मेरे च है बस, सतगुर कीरत सो निर्मल। भावई मैनू गुरु की सिफत करनी चंगी लगती है दोहरा। दौरा सुर सर बकर गत गुणी ना औगण जान। हाँ, इत्थे भाई साहब जी ना कथा आरंभ कर तो पहला ਗਿਆਨੀਆਂ ਧਿਆਨੀਆਂ ਤੋਂ ਮਾफ़ी ਮੰਗਦੇ ਆ। ਕੀ ਮਾफ़ी ਮੰਗਦੇ ਆ ਵੀ ਮੈਥੋਂ ਕਵਿਤਾ ਵਿੱਚ ਕੋਈ ਸ਼ਬਦ ਐਸਾ ਵੈਸਾ ਲਿਖਿਆ ਵੀ ਜਾਵੇ ਤਾਂ ਮੈਂ ਪਹਿਲਾਂ ਹੀ ਮਾफ़ੀ ਮੰਗਦਾ, ਮਾफ़ੀ ਚਾਹੁੰਦਾ ਵੀ ਮੈਨੂੰ ਮਾफ़ ਕਰ ਦਿਓ। ਆ ਦੇਖੋ ਨਾ ਯਾਰ, ਗੰਗਾ ਸੁਰਸਰੀ ਗੰਗਾ ਚੱਕ ਬਕਰਵਤ ਉਹ ਵਿੰਗੀ ਟੇਢੀ ਚੱਲਦੀ ਆ। ਗੰਗਾ ਨਦੀ 'ਚ ਵਲ ਹੈ ਨਾ, ਕਦੇ ਇੱਧਰ ਨੂੰ ਮੁੜ ਗਈ, ਕਦੇ ਇੱਧਰ ਨੂੰ ਮੁੜ ਕੇ ਇੱਧਰ ਮੁੜ ਗਈ। पर सियाणे बंदे कहते यार गंगा पाप तो दूर करती है भावें बिंगी अच्छे टेढ़ी है। कहो सतनाम। ये गुरु की कथा जिहड़ी है ये सानू ज्ञानता दिंदी है ना। भाई साहब ने कोशिश की है कि गुरु की सिफत करिए ते कराइए लोगों तो। कहो सतनाम। बस आई समझ लो कि मैं है तो बिंगा टेढ़ा जा बंदा। राजा जनक रात को सुपना आउंदा है, सुपने दे विच गुरु प्यारे हो कंगाल हो गया, तो कंगाल होया मंगदा फिरदा। तो एक था लंगर चलदा, उत्थे जाके मंगदा, वो कहंदे भांडा लिया आपदा। जद भांडा लिया वो ठीकरा, वो ठीकरे दे विच उहनूं चौल आदि दाल आदि पा दिंदे आ। वो बैठ के खाण लगदा। जदों लिखदे आ भी दो ढट्ठे लड़दे हुए आए तो वो हथों ठीकरा डिग गया। ठीकरा डिग गया तो जा खुल गई तो पिया घरे बैड ते। को सतनाम। हैरान हो गया भी राजे नूं तां इहो जी गल सुपने विच भी नहीं आ सकती यार। सुपने विच राजा मंगता बन जे, कदे सोचिया भी नहीं सीगा। दिने भी अक्सर सुपना लोग सोचते हैं भी रात नूं उही आउंदा जिहड़ा दिने सोचते हैं। तड़के अपने ब्राह्मण सद ले, ऋषि मुनि सद ले, कहने मेरी गल दा जवाब दिओ। ਜਿਹੜਾ मेरी गल का मैनू सही जवाब दे दूगा मैं उसनों गुरु धारण करूँगा। हुण राजा चेला बन जाए तो फिर तो जो मर्जी मंगी चलो। पुराने ऐं करते सी लोग, चेला बना के चेलियां का माल हड़प जाते आ। कई डेरियां वाले तो अपने चेलियां दी जमीनां ठप गए। कहो सतनाम। जमीनां हड़प गए आपदे चेलियां दियां, और लोगों ने भोले भा उन्हां दे नौं करातीआं। राजा कहता जिहड़ा मैनू मेरी गल का सही जवाब दे दूगा मैं उसनों गुरु मनूंगा, तो जे ना जवाब तो मैं कैद कर दूंगा। पर कई लालची लोग ब्राह्मण लोग आए भी राजे की किहड़ी खास गल होगी। राजा कहता आ जाओ, जिहड़ा आउंदा दसो ये सच है कि वो सच है। पर राजा ये नहीं दसदा कि मैनू सुपना आया, फिर तो कह देंगे भी सुपना झूठा है जी। वो कहता ये दसो ये सच है कि वो सच है। किसी समझ नहीं आ रही, बिठाई जाता। अष्टावक्र एक ऋषि होया, ਇਹਦਾ बाप भी आया, ਉਹਨੂੰ भी पूछया, वो भी नहीं मुड़ के गया। अष्टावक्र अपनी बेबे नूं कहना बापू आया नहीं मुड़ के। कहनी पुत्त राजे जनक कोल गया सी, पता नहीं की पुछना उन्हें, आया नहीं मुड़ के। कहना मैं बुला के लियाउणा। हुण अष्टावक्र जदों चलदा है ਇਹਦੀਆਂ ਲੱਤਾਂ ਬਾਹਾਂ 'ਚ फर्क है, विंगियां टेढ़ियां ਲੱਤਾਂ। जब तुरदा तो अद्धा शरीर कदे ऐ नूं डिगदा कदे ऐ नूं डिगदा, जिवें जमांदरू कोई शरीर दे विच नुक्सा। पर अंदर गुरु का ज्ञान बहुत है। कोई सतनाम। तो जिस वेले पहुंचिया राजे जनक की सभा च, तो गुरु प्यारो इधर भी ब्राह्मण बैठे है इधर भी बैठे है, तो बिजली लंघन लगे ना जदों, तो सारे हस पे। उन्होंने भी पता लग गया मेरा मूर्खा ने मेरा शरीर वेख के हासी चक्की आ। कोई सतनाम। और राजे जनक के कोल पहुँच गए आसन ते। हाँ राजा साहब ये चम्यारां दी सभा किवें सद्दी आ। कोई सतनाम। बामणां नूं गुस्सा चढ़ गया भी सानू चम्यार कहा, ये चम्यार किवें बुलाया। उन्होंने जिवें राज सभा विधान सभा च ना रौला पाउंदे हुंदे मंत्री उठ के ऐ रौला पाता भी हाँ हाँ सानू चम्यार किवें कहा। जन कहना बैठो बैठो, पुछदा इनू मैं, हाँ बई तू इन्हां नूं चम्यार किवें कहा। कहंदे राजा साहब चम्यार दा काम की है। कहंदे चम्यार दा काम है चमड़ा परखना, तो इन्हां मूर्खां ने मेरा चमड़ा ही परखिया ना भी विंगा टेढ़ा जे की ज्ञान कराऊगा। भला तुसीं बाहले गोरियां ने किहड़ा ज्ञान कराता के। को सतनाम।
ਇਸੇ ਕਰਕੇ ਹੱਸਿਆ ਨਾ ਵੀ ਵਿੰਗਾ ਟੇਢਾ ਜਿਹਾ ਇਹ ਗਿਆਨ ਕਰਾਉਣ ਆਇਆ। ਕਿਉਂ ਵੀ ਤੁਸੀਂ ਕਿਉਂ ਹੱਸੇ? ਕਹਿੰਦੇ ਜੀ ਇਸੇ ਕਰਕੇ ਹੱਸੇ। ਕਹਿੰਦੇ ਸਭਾ ਦੇ ਵਿੱਚ ਨਾ ਸੁਚੇਤ ਹੋ ਕੇ ਬਹਿਣਾ ਚਾਹੀਦਾ। ਕੋਈ ਸਤਨਾਮ ਤੇ ਚੁੱਪ ਕਰਕੇ ਸਾਰੇ। ਕਹਿੰਦੇ ਹੁਣ ਤੂੰ ਦੱਸ। ਕਹਿੰਦੇ ਹਾਂ ਤੂੰ ਪੁੱਛ। ਕੀ ਪੁੱਛਦਾ? ਕਹਿੰਦਾ ਮੈਂ ਪੁੱਛਦਾ ਵੀ ਇਹ ਸੱਚ ਹੈ ਕਿ ਉਹ ਸੱਚ ਹੈ। ਕਹਿੰਦਾ ਦੱਸ ਦੂੰਗਾ। ਦਕਸ਼ਣਾ ਕੀ ਦੇਵੇਂਗਾ? ਐ ਚੀਜ਼ ਸੌਖੀ ਸਸਤੀ ਨਹੀਂ ਮਿਲਿਆ ਕਰਦੀ ਇਹੋ ਜੀ। ਗਿਆਨ ਦੀ ਗੱਲ ਹੈ ਇਹ। ਕਹਿੰਦਾ ਮੈਂ ਅੱਧਾ ਰਾਜ ਦੇ ਦੂੰਗਾ। ਅਸ਼ਟਾਵਕਰ ਕਹਿੰਦਾ ਰਾਜ ਤੇਰੇ ਬਾਪ ਦਾ? ਇਹ ਰਾਜ ਤਾਂ ਜਨਤਾ ਦਾ। ਜਿਵੇਂ ਅੱਜ ਆਪਾਂ ਪਹਿਲਾਂ ਸਰਕਾਰ ਹੋਰ ਬੈਠੀ ਸੀ ਗੱਦੀ ਤੇ, ਫਿਰ ਹੋਰ ਬੈਠੀ, ਅੱਜ ਤੀਜੀ ਬੈਠੀ ਆ। ਕੋ ਸਤ ਜੇ ਵੀ ਨਾ ਸਹੀ ਚੱਲੀ ਫਿਰ ਚੌਥੀ ਬਿਠਾ ਦੇਵਾਂਗੇ। ਕੋ ਸਤਨਾਮ। ਫਿਰ ਕੋਈ ਹੋਰ ਬਿਠਾ ਦੇਵਾਂਗੇ। ਰਾਜੇ ਜਨਕ ਨੂੰ ਕਹਿੰਦਾ ਅਸ਼ਟਾਵਕਰ ਰਾਜ ਤੇਰੇ ਬਾਪ ਦਾ ਨਹੀਂ ਗਾ, ਤੈਨੂੰ ਸਿਆਣਾ ਬੰਦਾ ਸਮਝ ਕੇ ਬਿਠਾਇਆ ਵੀ ਤੂੰ ਕੰਮ ਚਲਾ। ਹੋਰ ਕੀ ਦੇਂਗਾ? ਕਹਿੰਦਾ ਧਨ ਤਾਂ ਤੂੰ ਦੇ ਨਹੀਂ ਸਕਦਾ, ਇਹ ਜਨਤਾ ਦਾ ਰਾਜ ਹੈ। ਕਹਿੰਦਾ ਫਿਰ ਮੈਂ ਤਨ ਦੇ ਦੂੰਗਾ। ਅਸ਼ਟਾਵਕਰ ਕਹਿੰਦਾ ਤਨ ਕਿਵੇਂ ਦੇਂਗਾ? ਵੀ ਤੇਰੇ ਨਾਲ ਰਾਣੀਆਂ, ਤੇਰੇ ਬਾਲ ਬੱਚੇ, ਤੇਰਾ ਪਰਿਵਾਰ ਜੁੜਿਆ। ਜਾਂ ਪੁੱਛ ਗਿਆ ਰਾਣੀਆਂ ਨੂੰ? ਮੈਂ ਤਾਂ ਸਾਰਾ ਹੀ ਲੈ ਕੇ ਜਾਊਂ, ਵੱਢ ਕੇ ਥੋੜ੍ਹਾ ਲੈ ਜਾਣਾ ਅੱਧਾ। ਜੇ ਤਨ ਦੇਵੇਂਗਾ ਤਾਂ ਮੈਂ ਤੈਨੂੰ ਨਾਲ ਲੈ ਕੇ ਜਾਊਂਗਾ ਗਿਆਨ ਦੇ ਕੇ। ਉਹ ਰਾਣੀਆਂ ਨੂੰ ਪੁੱਛਣਗੀਆਂ, ਰਾਣੀਆਂ ਕਹਿੰਦੀਆਂ ਲਓ ਜੀ ਤੁਹਾਡੇ ਬਿਨਾਂ ਸਾਡਾ ਕਿਵੇਂ ਸਰੂਗਾ? ਨਾ ਨਾ ਇਹੋ ਜਿਹਾ ਕੰਮ ਨਹੀਂ ਕਰਨਾ। ਕਹਿੰਦਾ ਬੰਦਾ ਮੈਨੂੰ ਠੀਕ ਲੱਗਦਾ ਹੈ ਤਾਂ ਵਿੰਗਾ ਟੇਢਾ ਜਾ, ਪਰ ਗੱਲਾਂ ਬੜੀਆਂ ਪਾਏਦਾਰ ਕਰਦਾ ਹੈ। ਫਿਰ ਮੈਂ ਕੀ ਦੇਵਾਂ ਉਹਨੂੰ? ਰਾਣੀਆਂ ਕਹਿੰਦੀਆਂ ਵੀ ਐਂ ਕਰੋ ਉਹਨੂੰ ਮਨ ਦੇ ਦਿਓ। ਮਨ ਕਿਹੜਾ ਕਿਸੇ ਤੋਂ ਫੜਿਆ ਜਾਂਦਾ? ਪਰ ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ ਗੁਰੂ ਕੋਲੇ ਤਾਕਤ ਹੈਗੀ ਉਹ ਫੜ ਲੈਂਦਾ। ਮੁੜ ਆਇਆ। ਹਾਂ ਵੀ ਕੀ ਦੇਂਗਾ? ਕਹਿੰਦਾ ਜੀ ਮਨ ਦੇ ਦਿੰਦਾ। ਕਹਿੰਦੇ ਫਿਰ ਆ ਜਾ ਮਨ ਦੇ ਦੇ। ਭਰ ਚੂਲੀ, ਪਾਣੀ ਦੀ ਚੂਲੀ ਭਰੀ, ਸਹੁੰ ਪਾਈ ਵੀ ਅੱਜ ਤੋਂ ਮੇਰਾ ਮਨ ਅਸ਼ਟਾਵਕਰ ਦਾ ਹੋਇਆ। ਕਹਿਣ ਲੱਗੇ ਠੀਕ ਆ। ਹੁਣ ਤੂੰ ਰਾਜ ਕਾਹਦੇ ਨਾਲ ਚਲਾਉਣਾ? ਮਨ ਕਰਕੇ। ਕਹਿੰਦਾ ਹਾਂ। ਕਹਿੰਦੇ ਫਿਰ ਆ ਜਾ ਥੱਲੇ। ਮਨ ਤਾਂ ਤੇਰਾ ਮੇਰੇ ਕੋਲ ਆ, ਤੂੰ ਥੱਲੇ ਆ, ਮੈਨੂੰ ਕੁਰਸੀ ਤੇ ਬੈਠਣ ਦੇ। ਕਹੋ ਸਤਨਾਮ। ਆਉਣਾ ਹੀ ਪੈਣਾ ਸੀਗਾ। ਪਹਿਲਾਂ ਸੰਕਲਪ ਕਰਤਾ, ਸਹੁੰ ਪਾਤੀ। ਕਹਿਣ ਲੱਗਿਆ ਹੁਣ ਤੂੰ ਸਾਰੀ ਫੌਜ ਨੂੰ ਕਹਿ ਦੇ ਵੀ ਅੱਜ ਤੋਂ ਬਾਅਦ ਰਾਜਾ ਅਸ਼ਟਾਵਕਰ ਹੈ, ਮੈਂ ਹੀ ਨਹੀਂ ਹੈਗਾ। ਇਹ ਵੀ ਲੌਸਮੈਂਟ ਕਰਨੀ ਪਈ ਉਹਨੂੰ, ਕਿਉਂਕਿ ਮਨ ਕਰਕੇ ਹੀ ਗੱਲ ਕਰਦਾ ਹਰੇਕ ਬੰਦਾ। ਜਨਤਾ ਨੂੰ, ਰਾਜ ਨੂੰ, ਫੌਜ ਨੂੰ ਕਹਿੰਦਾ ਵੀ ਅੱਜ ਤੋਂ ਰਾਜਾ ਅਸ਼ਟਾਵਕਰ ਹੈ ਭਾਈ, ਮੈਂ ਨਹੀਂ ਹੈਗਾ। ਕਹਿੰਦਾ ਲਿਆ ਖਜ਼ਾਨੇ ਦੀਆਂ ਚਾਬੀਆਂ ਵੀ ਫੜਾ, ਮੇਰੀ ਮਰਜ਼ੀ ਹੈ, ਜਿੱਥੇ ਮਰਜ਼ੀ ਲਾਵਾਂ। ਕੋਈ ਸਤਨਾਮ। ਰਾਜੇ ਜਨਕ ਨੇ ਉਹ ਗੱਲ ਪੁੱਛਣੀ ਸੀ, ਗੱਲ ਵੀ ਉਹਦੇ ਹਿਸਾਬ 'ਚ ਬੜੀ ਤਕੜੀ ਸੀ ਤੇ ਦੱਸਣ ਵਾਲਾ ਵੀ ਤਕੜਾ ਆ ਗਿਆ। ਚਾਬੀਆਂ ਖਜ਼ਾਨੇ ਦੀਆਂ ਫੜਾਤੀਆਂ। ਕਹਿਣ ਲੱਗੇ ਹੁਣ ਦੱਸ ਕੀ ਪੁੱਛਦਾ? ਕਹਿੰਦਾ ਮੈਂ ਇਹ ਪੁੱਛਦਾ ਵੀ ਇਹ ਸੱਚ ਹੈ ਕਿ ਉਹ ਸੱਚ ਹੈ, ਔਰ ਮੈਨੂੰ ਇਹ ਗਿਆਨ ਘੋੜੇ ਦੇ ਉੱਤੇ ਬੈਠਣ ਤੋਂ ਪਹਿਲਾਂ ਪਹਿਲਾਂ ਕਰਾ ਦੇ। ਕਹਿੰਦੇ ਕਰਾ ਦਿੰਦੇ ਆ। ਕਹਿੰਦਾ ਮੰਗਾਵਾਂ ਘੋੜਾ? ਕਹਿੰਦਾ ਉਹ ਤੈਨੂੰ ਫੁਰਨਾ ਚੱਕਣ ਨੂੰ ਕਿਹਨੇ ਕਿਹਾ? ਫੁਰਨਾ ਤਾਂ ਹੀ ਚੱਕੇਗਾ ਜੇ ਮਨ ਤੇਰੇ ਕੋਲੇ ਹੋਵੇਗਾ। ਤੂੰ ਮਨ ਇੱਥੇ ਮੱਥਾ ਟੇਕ ਕੇ ਫੇਰ ਚੱਕ ਲਿਆ। ਕੋ ਸਤਨਾਮ। ਮਨ ਤਾਂ ਮੇਰਾ ਹੋ ਗਿਆ ਨਾ, ਹੁਣ ਮੈਂ ਦੱਸੂ ਘੋੜਾ ਕਦੋਂ ਸੱਦਣਾ? ਤੂੰ ਕਿਵੇਂ ਕਹਦਾ ਵੀ ਘੋੜਾ ਮੰਗਾਈਏ? ਕਹਿੰਦਾ ਜੀ ਤਾਂ ਗੱਲ ਸਹੀ ਆ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਹੁਣ ਇੱਥੇ ਜੇ ਤੁਸੀਂ ਗੁਰੂ ਕੇ ਸਿੱਖ ਹੋ ਤਾਂ ਇੱਥੇ ਤੁਹਾਡੀ ਮਰਜ਼ੀ ਨਹੀਂ ਚੱਲਣੀ, ਇਹਦੀ ਚੱਲੂਗੀ। ਕਹੋ ਸਤਨਾਮ। ਜੇ ਤੁਸੀਂ ਆਪਦੀ ਮਰਜ਼ੀ ਚਲਾਉਣੇ ਹੋ ਫਿਰ ਤੁਸੀਂ ਇਹਨੂੰ ਸਿੱਖ ਗੁਰੂ ਨਹੀਂ ਮੰਨਿਆ। ਜੇ ਮੰਨਿਆ ਤੇ ਫਿਰ ਭੁੱਲ ਜਾਓ ਕੁਝ ਵੀ ਸੋਚਣਾ। ਅਖੀਰ ਆਪਾਂ ਸਮਾਪਤੀ ਵੱਲ ਹੋਈਏ। ਅਸ਼ਟਾਵਕਰ ਕਹਿੰਦਾ ਲਿਆਓ ਵੀ ਘੋੜਾ। ਸਿਪਾਹੀਆਂ ਨੂੰ ਕਿਹਾ ਘੋੜਾ ਲਿਆਓ। ਘੋੜਾ ਲਿਆਏ। ਘੋੜੇ ਦੇ ਉੱਤੇ ਕਾਠੀ ਪਾਤੀ, ਕਸਤੀ। ਕਹਿੰਦਾ ਚੜਾ। ਕਹਿੰਦੇ ਤੈਨੂੰ ਕਿਹਨੇ ਕਿਹਾ ਚੜ੍ਹਨ ਨੂੰ ਹੈ? ਤੇਰਾ ਮਨ ਤਾਂ ਮੇਰੇ ਕੋਲ ਹੈ, ਤੂੰ ਮਨ ਦੁਆਰੇ ਫੇਰ ਚੱਕ ਲੈਣਾ ਰੱਖ ਕੇ। ਕਹਿੰਦਾ ਜੀ ਠੀਕ ਆ। 3 ਸਿਪਾਹੀ ਸੱਦੇ, ਇੱਕ ਨੂੰ ਘੋੜੇ ਦੀ ਲਗਾਮ ਫੜਾਤੀ, ਦੋਵਾਂ ਨੂੰ ਕਹਿੰਦੇ ਤਲਵਾਰਾਂ ਕੱਢ ਲਓ ਮਿਆਨ 'ਚੋਂ, ਰਾਜਾ ਮੈਂ ਆ, ਮੇਰੀ ਮਰਜ਼ੀ ਚੱਲੂਗੀ। ਕਹਿੰਦੇ ਜੀ ਠੀਕ ਆ। ਅਸ਼ਟਾਵਕਰ ਨੂੰ ਕਹਿੰਦਾ ਰੱਖ ਰਕਾਬ ਦੇ ਵਿੱਚ ਪੈਰ। ਉਹਨੇ ਖੱਬਾ ਪੈਰ ਰਕਾਬ 'ਚ ਰੱਖਿਆ, ਜੋ ਸੱਜਾ ਉੱਤੋਂ ਲਿਆ ਕੇ ਬੈਠਾ। ਕਹਿੰਦਾ ਖੜ ਜਾ। ਉੱਥੇ ਹੀ ਲਮਕਾਤਾ। 2 ਹੱਥ ਢੂਈ 'ਤੇ ਰੱਖੇ ਆ, ਲੱਤ ਉਤਲੀ ਤਾਹਾਂ ਖੜੀ ਆ, ਥੱਲੀ ਰਕਾਬ 'ਤੇ। 10 ਮਿੰਟ ਖੜਾਈ ਰੱਖਿਆ, ਖੜਨਾ ਪਿਆ ਵੀ ਗੱਲ ਮੰਨਣੀ ਪੈਣੀ ਹੈ ਗੁਰੂ ਦੀ। ਹੁਣ ਜੇ ਗੱਲ ਪੁੱਛਣੀ ਆ ਤਾਂ 10 ਮਿੰਟ ਖੜਾ ਕੇ ਉਸ ਨੂੰ ਫਿਰ ਬਿਠਾਤਾ। ਕਹਿੰਦੇ ਬਹਿ ਜਾ। ਹੱਥ ਉੱਤੇ ਛੰਨਾ ਰੱਖਤਾ ਤੇਲ ਦਾ ਭਰਿਆ। ਕਹਿੰਦਾ ਜਾ ਬਾਜ਼ਾਰ 'ਚ ਦੇਖ ਕੇ ਆ ਕੀ ਹੋ ਰਿਹਾ ਹੈ। ਤੇ ਸਿਪਾਹੀਆਂ ਨੂੰ ਕਹਿੰਦਾ ਜੇ ਛੰਨੇ 'ਚੋਂ ਤੇਲ ਡੁੱਲ ਗਿਆ ਦੀ ਧੌਣ ਵੱਢ ਦਿਓ। ਕਹੋ ਸਤਨਾਮ।
ਇੱਕ ਸਿਪਾਹੀ ਇੱਧਰ ਹੈ, ਇੱਕ ਉੱਧਰ ਹੈ। ਜੇ ਤੇਲ ਡੁੱਲ ਗਿਆ ਨਾ, ਹਿਸਾਬ ਲਾ ਲਈ, ਨਾਲੇ ਵੇਖ ਕੇ ਆ ਬਾਜ਼ਾਰ 'ਚ ਕੀ ਹੋ ਰਿਹਾ। ਤੋਰਤਾ ਲਗਾਮ ਤੀਜੇ ਸਿਪਾਹੀ ਨੂੰ ਫੜਾਈ ਆ ਘੋੜੇ ਦੀ। ਹੁਣ ਛੰਨਾ ਹੱਥ 'ਤੇ ਰੱਖਿਆ, ਧਿਆਨ ਛੰਨੇ 'ਚ ਆ, ਔਰ ਘੋੜਾ ਜਾ ਰਿਹਾ ਬਾਜ਼ਾਰ ਵਿੱਚੋਂ ਦੀ। ਹੁਣ ਤੁਸੀਂ ਦੱਸੋ ਵੀ ਇਹ ਬਾਜ਼ਾਰ ਦੇਖੂਗਾ ਕਿ ਜਾਨ ਬਚਾਊਗਾ? ਕਹੋ ਸਤਿਨਾਮ। ਜੇ ਇੱਕ ਤੁਮਕਾ ਵੀ ਡੁੱਲ ਗਿਆ ਧੌਣ ਜਾਂਦੀ ਆ। ਉਹਨੇ ਆਪਣੀ ਜਾਨ ਬਚਾਈ। ਛੰਨੇ 'ਚ ਧਿਆਨ ਲਾਉਂਦਿਆਂ ਲਾਉਂਦਿਆਂ ਉਸਨੇ ਆਪਣਾ ਧਿਆਨ ਪੂਰਾ ਉਹ 'ਚ ਮਗਨ ਹੋ ਗਿਆ ਅਤੇ ਲਿਆ ਕੇ ਘੋੜਾ ਬੋਝ ਕੇ ਖੜਾਤਾ। ਉਹਨੇ ਛੰਨਾ ਹੱਥ ਤੋਂ ਚੱਕ ਲਿਆ, ਇਹਨੂੰ ਕੋਈ ਪਤਾ ਨਹੀਂ ਲੱਗਿਆ ਕਿ ਉਹ ਸਤਿਨਾਮ ਸ੍ਰੀ ਵਾਹਿਗੁਰੂ। ਧਿਆਨ 'ਚੋਂ ਕੱਢਿਆ, ਕਹਿੰਦੇ ਉੱਠ, ਛੰਨਾ ਕਿੱਥੇ ਆ? ਕਹਿੰਦੇ ਪਤਾ ਨਹੀਂ ਕਿੱਧਰ ਗਿਆ। ਛੰਨਾ ਤਾਂ ਕਹਿੰਦੇ ਆ ਸੀ, ਪਰ ਤੈਨੂੰ ਮੈਂ ਦੱਸਦਾ ਵੀ ਨਾ ਉਹ ਸੱਚ ਹੈ ਨਾ ਇਹ ਸੱਚ ਹੈ, ਬਸ ਆਹੀ ਸੱਚ ਹੈ। ਆਪਣਾ ਨਿੱਜ ਸਰੂਪ ਸੱਚ ਹੈ। ਆਪਣੇ ਆਪ ਦੀ ਪਛਾਣ ਕਰੋ। ਕਹੋ ਸਤਿਨਾਮ। ਆਪਣੇ ਆਪ ਦੀ ਪਛਾਣ ਕਰੋ। ਦੁਨੀਆ ਕੋਈ ਸੱਚ ਨਹੀਂ, ਨਾ ਸੁਪਨਾ ਸੱਚ ਹੈ ਨਾ ਸੰਸਾਰ ਸੱਚ ਹੈ। ਸੰਸਾਰ ਵੀ ਸੁਪਨਾ ਹੈ। ਇਹ ਸੰਸਾਰ ਤੁਮ ਦੇਖਦੇ, ਇਹ ਸੁਪਨੇ ਦੀ ਨਿਆਈ ਵੀ ਕਿਹਾ ਬਾਣੀ ਨੇ। ਕਹੋ ਸਤਿਨਾਮ। ਬਸ ਫਿਰ ਕੀ ਸੀਗਾ, ਅਸ਼ਟਾਵਕਰ ਦੇ ਪੈਰੀ ਪੈ ਗਿਆ। ਅਸ਼ਟਾਵਕਰ ਕਹਿੰਦਾ ਫੜ ਚਾਬੀਆਂ, ਬੈਠ ਕੁਰਸੀ 'ਤੇ। ਕਹਿੰਦਾ ਮੈਂ ਤਾਂ ਹੁਣ ਇਹੀ ਕੁਛ ਕਰੂੰਗਾ, ਸਿਮਰਨ ਕਰੂੰਗਾ, ਮੈਂ ਨਹੀਂ ਬਹਿੰਦਾ। ਕਹਿੰਦੇ ਨਹੀਂ, ਅੱਜ ਤੋਂ ਪਹਿਲਾਂ ਤੂੰ ਕਹਿੰਦਾ ਸੀ ਮੇਰਾ ਰਾਜਾ ਮੈਂ ਅੱਧਾ ਦੇ ਦੂੰਗਾ, ਅੱਜ ਤੋਂ ਬਾਅਦ ਤੂੰ ਕਹੇਗਾ ਨਹੀਂ ਮੈਨੂੰ ਮੇਰੇ ਗੁਰੂ ਨੇ ਦਿੱਤਾ ਹੈ। ਕਹੋ ਸਤਿਨਾਮ ਸੀ। ਮੈਂ ਤੈਨੂੰ ਦਿੰਨਾ, ਆ ਫੜ ਚਾਬੀਆਂ, ਬੈਠ ਉੱਥੇ ਰਾਜ ਕਰ। ਕਹੋ ਸਤਿ। ਉਹ ਰਾਜਾ ਜਨਕ ਧੰਨ ਹੋ ਗਿਆ। ਤੇ ਪਤਾ ਨਹੀਂ ਕਿਤਨੀ ਦੁਨੀਆ ਤਾਰੀ ਆ। ਖੈਰ ਆਪਾਂ ਇਹ ਵਿਚਾਰਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਮਾਂ ਸਮਾਪਤੀ 'ਤੇ ਹੈ। ਗੰਗਾ ਭਾਵੇਂ ਵਿੰਗੀ ਟੇਢੀ ਹੈ, ਇਹ ਕਥਾ ਭਾਵੇਂ ਤੁਹਾਨੂੰ ਕਿਵੇਂ ਵੀ ਲੱਗਦੀ ਹੈ, ਪਰ ਹੈ ਗੁਰੂ ਦੀ ਸਿਫਤ ਵਾਲੀ। ਸਾਦਰ ਸੋਤੈ ਮੈਂ ਸਦਾ ਕਰ ਹੈ ਪਾਨ ਇਸ਼ਨਾਨ। ਹਾਂ, ਪਰ ਸਿਆਣੇ ਲੋਕ ਸਤਿਕਾਰ ਸਹਿਤ ਗੰਗਾ ਵਿੱਚ ਇਸ਼ਨਾਨ ਕਰਕੇ ਆਪਣੇ ਪਾਪਾਂ ਨੂੰ ਦੂਰ ਕਰਦੇ ਹਨ। ਦੋਹਰਾ ਚੌਪਈ ਕਹਿ ਬਾਲਾ ਸ਼੍ਰੀ ਅੰਗਦ ਸੁਣੀਐ, ਸ਼੍ਰੀ ਗੁਰ ਕਥਾ ਬਿਮਲ ਗੁਣ ਗੁਣੀਐ। ਆਓ ਇਹ ਕਥਾ ਅੱਗੇ ਚੱਲ ਪਈ, ਆਪਾਂ ਕੱਲ ਨੂੰ ਅੱਗੇ ਸ਼ੁਰੂ ਕਰਾਂਗੇ। ਭਾਈ ਬਾਲਾ ਜੀ ਕਹਿੰਦੇ ਆਓ ਜੀ ਹੁਣ ਜਨਮ ਦੀ ਕਥਾ ਸਰਵਣ ਕਰਦੇ ਹਾਂ। ਭਾਈ ਪੌਰ ਨਿਜ ਦਾਸ ਬੁਲਾਇਆ, ਤਿਜ ਬਰ ਸਦਨ ਜਾਹੋ ਤੂ ਤਾਇਆ। ਮਹਿਤਾ ਕਾਲੂ ਨੇ ਆਪਣਾ ਇੱਕ ਨੌਕਰ ਬੁਲਾਇਆ, ਜਾ ਬਈ ਹਰਦਿਆਲ ਪੰਡਤ ਨੂੰ ਸੱਦ ਕੇ ਲਿਆ। ਆਪਣੇ ਘਰੇ ਮੁੰਡਾ ਹੋਇਆ। ਕਹੋ ਸਤਿਨਾਮ। ਆਪਣੇ ਘਰੇ ਪੁੱਤਰ ਨੇ ਜਨਮ ਲਿਆ ਹੈ। ਆਪਾਂ ਜਨਮ ਪੱਤਰੀ ਲਿਖਾਉਣੀ ਹੈ, ਡੇਟ ਆਫ ਬਰਥ ਚਿੱਠੀ ਜਿਹੜੀ ਉਹ ਪੱਤਰੀ ਲੈ ਕੇ ਆਏ ਭਾਈ ਬਾਲਾ ਜੀ ਨਨਕਾਣਾ ਸਾਹਿਬ ਤੋਂ। ਹੁਣ ਉੱਥੋਂ ਕਥਾ ਸ਼ੁਰੂ ਹੁੰਦੀ ਹੈ। ਅਗਲੀ ਵਿਚਾਰ ਕੱਲ੍ਹ ਨੂੰ ਸਰਵਣ ਕਰਾਂਗੇ। ਤੁਹਾਡਾ ਵੀ ਜੀ ਨਹੀਂ ਉੱਠਣ ਨੂੰ ਕਰਦਾ, ਜੀ ਮੇਰਾ ਵੀ ਨਹੀਂ ਕਰਦਾ, ਪਰ ਰਾਗੀ ਆ ਗਏ, ਇਸ ਕਰਕੇ ਨਾਲ ਸਮਾਂ ਆ ਗਿਆ। ਭਾਈ ਸਮਾਪਤੀ ਕਰੀਏ। हे अच्युत हे पार ब्रह्म अविनाशी अगनास, हे पूरन हे सर्वमय पंचन गुणतास, हे संगी हे निरंकार हे निर्गुण सब टीक, हे गोविंद हे गुण निधान जाके सदा विवेक, हे अपरंपर हर हरे हो बनहार, हे संत कै सदा संग तारा आधार, हे ठाकुर हों दास रो मैं निर्गुण गुण नहीं कोई, नानक दीजै नाम दान राखो ही बरोए, आए प्रभ शरणागति कृपा निध दयाल, एक अखर हर मन बसत नानक होत निहाल, एक ओंकार सतगुरु प्रसाद सच हुए, वाहिगुरु जी की फतेह विघ्न है, विनाशन सोए, वाहिगुरु जी की फतेह विघ्न है। विनाशन सोए। वाहिगुरु जी का खालसा वाहिगुरु जी की फतेह। बहुत बहुत धन्यवाद।